ਅੱਛਾ ਉਹ ਮੇਰਾ ਫੋਨ ਆ ਗਿਆ ਸੀ। ਕੀ ਨਾਂ ਤੁਹਾਡਾ? ਫੀਸ ਸ਼ੇਖ ਸਾਹਿਬ, ਇਸ ਗੱਲ ਨਾਲ ਮਿਰਜ਼ਾ ਸਾਹਿਬ ਦੇ ਨਾਲ ਮੁਤਫਿਕ ਹੋ ਜਾਂ ਨਹੀਂ ਮੁਤਫਿਕ? ਕਿ ਜਿਹੜਾ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦਾ ਇਸੇ ਗੱਲੇ ਨਹੀਂ ਮੰਨਦਾ ਕਿ ਉਹ ਮਿਰਜ਼ਾ ਸਾਹਿਬ ਨੂੰ ਮੁਫਤਰੀ ਸਮਝਦਾ ਹੈ। ਮਿਰਜ਼ਾ ਸਾਹਿਬ ਸਹੀ ਕਹਿ ਰਹੇ ਨੇ ਕਿ ਗਲਤ ਕਹਿ ਰਹੇ ਨੇ? ਬਸ ਇੰਨਾ ਦੱਸ ਦਿਓ। ਸਹੀ ਕਹਿ ਰਹੇ ਨੇ। ਸਹੀ ਕਹਿ ਰਹੇ ਨੇ। ਤੇ ਫਿਰ ਜਿਹੜਾ ਬੰਦਾ ਮਿਰਜ਼ਾ ਸਾਹਿਬ ਨੂੰ ਮੁਫਤਰੀ ਸਮਝਦਾ ਹੈ ਉਹ ਮਿਰਜ਼ਾ ਸਾਹਿਬ ਨੂੰ ਕਾਫਰ ਸਮਝਦਾ ਹੈ ਤੇ ਮਿਰਜ਼ਾ ਸਾਹਿਬ ਕਹਿੰਦੇ ਨੇ ਉਹ ਮੈਨੂੰ ਕਾਫਰ ਕਹਿ ਕੇ ਆਪ ਕਾਫਰ ਹੋ ਗਿਆ। ਹੁਣ ਦੱਸੋ ਗੱਲ ਤੇ ਸਹੀ। ਉਹਨਾਂ ਨੇ ਇਹ ਤੇ ਨਹੀਂ ਕਿਹਾ ਕਿ ਜਿਹੜਾ ਮੇਰੇ ਦਾਵਾ ਨਬੂਵਤ ਤੇ ਇਮਾਨ ਨਹੀਂ ਲਿਆਂਦਾ। ਉਹਨਾਂ ਕਿਹਾ ਜਿਹੜਾ ਮੈਂ ਮੁਸਲਮਾਨ ਸਮਝ ਆਪਣੇ ਆਪ ਨੂੰ, ਅਗਰ ਮੈਨੂੰ ਕੋਈ ਕਾਫਰ ਕਹਿੰਦਾ ਮੁਫਤਰੀ ਸਮਝਦਾ ਤੇ ਉਹ ਆਪ ਵੀ ਕਾਫਰ ਮੁਫਤਰੀ ਹੈ। ਜੋ ਵੀ ਉਹ ਮੁਫਤਰੀ ਉਹ ਹੀ ਹੁੰਦਾ ਨਾ ਜਿਹੜਾ ਅੱਲਾਹ ਦੇ ਨਾਂ ਤੇ ਇਫਤਰਾ ਕਰਦਾ ਹੈ। ठीक है, मैं समझता हूँ कि ये बात ठीक है। तो ठीक है, तो फिर मिर्जा साहब ਦੇ ਨਾਮ ਨਾਲ ਕਾਫਰ ਆਖੋ। ਨਹੀਂ ਇਹ ਨਾ ਇਹ ਨਹੀਂ, ਇਹ ਤੁਸੀਂ ਹੁਣ ਦੂਜੇ ਪਾਸੇ ਗੱਲ ਲੈ ਕੇ ਜਾ ਰਹੇ ਹੋ। ਇਹ ਤੁਸੀਂ ਦੂਜੇ ਪਾਸੇ ਗੱਲ ਲੈ ਕੇ ਜਾ रहे हो। उन्होंने ये बात नहीं कही। वो कहते हैं जो मुझे मुफ्तरी मानता है, हाँ, जो मुझे मुफ्तरी, और एक ये है कि आप उनको कुछ नहीं मानते, आप उनको मुफ्तरी सुन लेना। मिर्जा साहब को ना मुफ्तरी मानते हैं, ना मुजद्दद मानते हैं, ना कोई और कुछ मानते हैं। आप उनको कुछ भी नहीं मानते। इसका मतलब ये नहीं है कि आप काफिर हैं। ਅਸੀਂ ਤਾਂ ਮੁਫਤਰੀ ਮੰਨਨੇ ਆ ਮਿਰਜ਼ਾ ਸਾਹਿਬ ਨੂੰ। नहीं तो वो गल फिर वखरी है, वो वखरी है। मैं तो जिस चीज की वजाहत कर रहा मैं कहना वो जरा मैनू कुछ भी नहीं मानता, कुछ नहीं कहता मेरे बारे च, ना मुजद्दद मानता है, ना मैदी मानता है, ना मसीले मसीह मानता है, ना जिली नबी मानता है, ना बरूदी मानता है। ਉਹਦੇ कोई फर्क नहीं। लेकिन अगर हाँ इमरान विच तू काफर है, तू मुसलमान नहीं है, मैं तो अपने आप को मुसलमान समझना। और रुक जाओ भाईजान, रुक जाओ। ਇਹੋ ਹੀ ਤੇ ਗੱਲ ਏ। ਸਵਾਲ ਇਹੋ ਹੀ ਹੋਇਆ ਸੀ ਕਿ ਮਿਰਜ਼ਾ ਸਾਹਿਬ ਜਿਨ੍ਹਾਂ ਤੁਹਾਡੀ ਤਕਫੀਰ ਕੀਤੀ ਹੈ ਉਹ ਤੇ ਤੁਹਾਡੀ ਤਕਫੀਰ ਕਰਕੇ ਕਾਫਰ ਹੋ ਗਏ ਬਕੌਲ ਤੁਹਾਡੇ। ਜਿਨ੍ਹਾਂ ਕਿਹਦੀ ਤਕਫੀਰ ਕੀਤੀ? ਮਿਰਜ਼ਾ ਸਾਹਿਬ ਤੇ ਫਤਵਾ ਕੁਫਰ ਨਹੀਂ ਲਾਇਆ ਸ਼ੇਖ ਬਟਾਲਵੀ ਹੋਰਾਂ ਨੇ। ਉਹ ਕਹਿੰਦੇ ਨੇ ਕਿ ਤੁਹਾਡੀ ਤਕਫੀਰ ਕਰਨ ਦੀ ਵਜ੍ਹਾ ਤੋਂ ਬਕੌਲ ਤੁਹਾਡੇ ਉਹ ਕਾਫਰ ਹੋ ਗਏ ਬਦਲੇ। ਜਿਨ੍ਹਾਂ ਹਿੰਦੁਸਤਾਨ ਦੇ ਆਮ ਘਰਾਂ 'ਚ ਰਹਿਣ ਵਾਲੇ ਮੁਸਲਮਾਨਾਂ ਨੇ ਤੁਹਾਡੀ ਤਕਫੀਰ ਨਹੀਂ ਕੀਤੀ ਉਹਨਾਂ ਨੂੰ ਤੁਸੀਂ ਮੁਸਲਮਾਨ ਮੰਨਦੇ ਹੋ? ਮੈਂ ਤਾਂ ਮੰਨਣਾ, ਮੈਨੂੰ ਤਾਂ ਕੋਈ ਮਸਲਾ ਨਹੀਂ। ਮੇਰੀ ਜਮਾਤ ਨੂੰ ਮੇਰੀ ਜਮਾਤ ਦਾ ਮਿਰਜ਼ਾ ਸਾਹਿਬ ਨੂੰ ਝੂਠਾ ਮੰਨਦੇ ਹੋ ਨਾ ਤੁਸੀਂ, ਇਸ ਗੱਲੇ ਮੰਨਦੇ ਹੋ ਕਿ ਤੁਸੀਂ ਮਿਰਜ਼ਾ ਸਾਹਿਬ ਨੂੰ ਝੂਠਾ ਮੰਨਦੇ ਹੋ। ਨਹੀਂ ਨਹੀਂ, ਮੈਂ ਕਦੋਂ ਕਿਹਾ ਸੀ ਮਿਰਜ਼ਾ ਸਾਹਿਬ ਉਹਨਾਂ ਨੂੰ ਮੁਸਲਮਾਨ ਨਹੀਂ ਮੰਨਦੇ ਹਿੰਦੁਸਤਾਨ ਦੇ ਆਮ ਮੁਸਲਮਾਨਾਂ ਨੂੰ? ਨਹੀਂ, ਉਹਨਾਂ ਦਾ ਕਿੱਦਾਂ ਹੈਗਾ ਤਾਂ ਮੇਰਾ ਕਿੱਦਾਂ ਨਹੀਂ। ਯਾਰ ਤੁਹਾਡੀ ਇਹੋ ਹੀ ਤਾਂ ਪ੍ਰੋਬਲਮ ਹੈ ਕਿ ਤੁਸੀਂ ਮਿਰਜ਼ਾ ਸਾਹਿਬ ਨੂੰ ਝੂਠਾ ਮੰਨਦੇ ਹੋ। ਜੇ ਸੱਚਾ ਮੰਨੋ ਨਾ ਤੇ ਮਿਰਜ਼ਾ ਸਾਹਿਬ ਕਹਿੰਦੇ ਨੇ ਪਏ ਕਿ ਜਿਹੜੇ ਬੰਦੇ ਮੈਨੂੰ ਨਹੀਂ ਨਾ ਮੰਨਦੇ, ਪਿੰਡਾਂ ਦੇ ਬੰਦੇ ਆਮ ਘਰਾਂ 'ਚ ਰਹਿਣ ਵਾਲੇ, ਮੌਲਵੀ ਬਟਾਲਵੀ ਹੋਰੀ ਨਹੀਂ, ਮੌਲਾਨਾ ਬਟਾਲਵੀ, ਨਜ਼ੀਰ ਹੁਸੈਨ ਮਦਰਸੇਲਵੀ ਹੋਰੀ ਨਹੀਂ, ਪਿੰਡਾਂ ਦੇ ਆਮ ਬੰਦੇ, ਆਮਾ ਤੋਂ ਨਾਸ ਜਿਹਨੂੰ ਕਹਿੰਦੇ ਨੇ, ਆਵਾਮ ਕਾਲੇ ਨਾਮ ਕਹਿੰਦੇ ਨੇ, ਉਹ ਤਾਂ ਨਹੀਂ ਮੰਨਦੇ, ਉਹ ਮੈਨੂੰ ਮੁਫਤਰੀ ਸਮਝਦੇ ਨੇ। ਤੁਸੀਂ ਆਪ ਆਖਿਆ ਸਹੀ ਆਖਦੇ ਨੇ ਮਿਰਜ਼ਾ ਸਾਹਿਬ। ਤੇ ਜਿਹੜੇ ਬੰਦੇ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦੇ ਉਹ ਇਸ ਵਜ੍ਹਾ ਤੋਂ ਕਾਫਰ ਨੇ ਕਿਉਂਕਿ ਉਹ ਮਿਰਜ਼ਾ ਸਾਹਿਬ ਨੂੰ ਮੁਫਤਰੀ ਸਮਝਦੇ ਨੇ। इसका क्या मतलब है? मैं कंफ्यूज थोड़ा सा ये हूँ, इसका मतलब क्या है? जो ਫਲਾਣੀ ਟਿੰਗੀ ਪਾਤੀ ਮਿਰਜ਼ਾ ਸਾਹਿਬ ਨੇ ਕਨਫਿਊਜ਼ਨ ਪਾਤੀ। ਮੈਨੂੰ ਤੁਸੀਂ ਦੱਸੋ ਨਾ, ਉਹ ਇੱਕ ਬੰਦਾ ਜਿਹੜਾ ਤੁਹਾਡੇ ਮੂੰਹ ਤੇ ਕਹਿੰਦਾ ਮੈਂ ਤੁਹਾਨੂੰ ਮੁਫਤਰੀ ਮੰਨਦਾ, ਮੈਂ ਤੁਹਾਨੂੰ ਨਹੀਂ ਮੰਨਦਾ, ਇੱਕ ਬੰਦਾ ਜਿਹਨੇ ਨਾ ਕੋਈ ਗੱਲ ਸੁਣੀ ਹੈ ਨਾ ਉਹਨੂੰ ਪਤਾ ਹੈ, ਉਹਨੂੰ ਵੀ ਤੁਸੀਂ ਮੁਫਤਰੀ ਚ ਲਿਆਓਗੇ ਕਿ ਉਹ ਵੀ ਮੁਫਤਰੀ ਹੈ? ਬਿਲਕੁਲ, ਮਿਰਜ਼ਾ ਸਾਹਿਬ ਕਹਿੰਦੇ ਨੇ ਉਹ ਵੀ ਮੈਨੂੰ ਮੁਫਤਰੀ ਸਮਝ ਕੇ ਨਹੀਂ ਮੰਨਦਾ। नहीं 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 नहीं, ऐसा नहीं कहा। ये आपको पता है कि यही मसला मैंने उस दिन भी बताया। ਖਲੋ ਜੋ। ਇਹ ਥੱਲੇ ਇੱਕ ਗਿੱਲਾ ਤਿੱਤਰ ਹੈ, ਇਹ ਗਿੱਲਾ ਤਿੱਤਰ ਆਮਦਾ ਉੱਤੇ ਤੇ ਇਹਨੂੰ ਪੁੱਛਨੇ ਆ। ਇਹ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦਾ ਨਬੀ, ਲੇਕਿਨ ਮਿਰਜ਼ਾ ਸਾਹਿਬ ਆਂਦੇ ਨੇ ਇਹ ਤਾਂ ਨਹੀਂ ਮੰਨਦਾ, ਇਹ ਮੈਨੂੰ ਮੁਫਤਰੀ ਸਮਝਦਾ ਹੈ। ਹੁਣ ਮਿਰਜ਼ਾ ਸਾਹਿਬ ਸਹੀ ਆਖਦੇ ਨੇ ਗਲਤ ਆਖਦੇ ਨੇ? ਇਹ ਪੁੱਛ ਕੇ ਇਹ ਤਾਂ ਪੁੱਛਣਾ ਪਏਗਾ ਬੰਦੇ ਨੂੰ। ਤਾਂ ਉਹਨਾਂ ਨੂੰ ਮੰਨਦਾ ਨਹੀਂ ਨਾਲ ਕਿ ਯਾਰ ਮੁਫਤਰੀ ਨਹੀਂ ਮਾਰੋ ਗੋਲੀ, ਉਹ ਬੰਦੇ ਨੂੰ ਮਾਰੋ। ਜੇ ਬੰਦਾ ਆਖੇ ਵੀ ਮੈਂ ਮਿਰਜ਼ਾ ਸਾਹਿਬ ਨੂੰ ਮੁਫਤਰੀ ਨਹੀਂ ਸਮਝਦਾ ਤੇ ਫਿਰ ਮਿਰਜ਼ਾ ਸਾਹਿਬ ਝੂਠੇ ਹੋ ਗਏ ਨਾ। ਮਿਰਜ਼ਾ ਸਾਹਿਬ ਕਿਵੇਂ ਝੂਠੇ ਹੋ ਗਏ? ਮਿਰਜ਼ਾ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਨਹੀਂ ਮੰਨਦਾ, ਮੈਨੂੰ ਮੁਫਤਰੀ ਸਮਝਦਾ। ਯਾਰ ਤਾਰਕ ਜਵਾਨ ਸਾਹਿਬ ਤੁਸੀਂ ਨਾ ਘੁੰਮਣ ਘੇਰੀਆਂ ਪਾ ਰਹੇ ਹੋ ਤੁਸੀਂ। ਉਹ ਕੋ ਬਹਰਾਲ ਇਹ ਜੋ ਮਿਰਜ਼ਾ ਸਾਹਿਬ ਦੀਆਂ ਵਜ਼ਾਤਾਂ ਜਿਹੜੀਆਂ ਉਹਨਾਂ ਨੇ ਵੇਖਿਆ ਨਾ, ਇਸਲਾਮ ਦੇ ਵਿੱਚ ਸ਼ੀਆਂ ਨੇ ਮੁਤਾ ਕੱਢ ਲਿਆ, ਬਰੇਲੀਆਂ ਨੇ ਵੀ ਗੁੰਮਰਾਹੀ ਕੱਢ ਲਈ, ਦਿਓਬੰਦੀ ਵੀ ਸਾਰੇ ਗੁੰਮਰਾਹ ਹੋ ਗਏ ਨੇ। ਤੇ ਮੈਂ ਜਿਹੜਾ ਨਾ ਇਹਨਾਂ ਦੀ ਲਗਾ ਇਸਲਾਹ ਕਰਨ ਲਗਾ। ਮਿਰਜ਼ਾ ਸਾਹਿਬ ਇਹ ਕਿੰਨੇ ਕਿਹਾ ਸਾਰੇ ਗੁੰਮਰਾਹ ਹੋ ਗਏ ਨੇ, ਮੈਂ ਉਹਨਾਂ ਦੀ ਇਸਲਾਹ ਕਰਨ ਲੱਗਾ। ਮਿਰਜ਼ਾ ਸਾਹਿਬ ਦੀਆਂ ਗੱਲਾਂ ਸੁਣ ਕੇ ਸਿਰ ਫੜ ਕੇ ਬਹਿ ਜਾਂਦਾ ਹੈ। ਉਹ ਭਾਈ ਇਹ ਗਿੱਲਾ ਤਿੱਤਰ, ਉਹ ਗਿੱਲੇ ਤਿੱਤਰ ਨੂੰ ਉੱਤੇ ਆਵਣ ਦੇ ਇੱਕ ਮਿੰਟ। ਗਿੱਲਾ ਤਿੱਤਰ
ਅਮਨ ਨਜ਼ੀਰ ਸਾਹਿਬ ਇੱਕ ਮਿੰਟ ਖਲੋ ਜਾਓ। ਇਹ ਗਿੱਲੇ ਤਿੱਤਰ ਨੂੰ ਮੈਨੂੰ ਉੱਤੇ ਲੈ ਲੈਂਦੇ ਬਈ। ਇਹ ਗਿੱਲੇ ਤਿੱਤਰ ਉੱਪਰ ਆ ਜਰਾ। ਗਿੱਲੇ ਤਿੱਤਰ ਮੈਂ ਇਹਨੂੰ ਪੁੱਛਣਾ ਹੈ ਵੀ ਤੂੰ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦਾ ਤੇ ਕਿਉਂ ਨਹੀਂ ਮੰਨਦਾ? ਮੁਫਤਰੀ ਸਮਝਣਾ? ਜੇ ਉਹ ਆਖੇ ਮੈਂ ਮੁਫਤਰੀ ਨਹੀਂ ਸਮਝਦਾ, ਮੈਂ ਉਂਝ ਨਹੀਂ ਮੰਨਦਾ, ਤੇ ਮਿਰਜ਼ਾ ਸਾਹਿਬ ਝੂਠੇ। ਤੇ ਜੇ ਉਹ ਮਿਰਜ਼ਾ ਸਾਹਿਬ ਨੂੰ ਮੁਫਤਰੀ ਸਮਝਦਾ ਹੈ ਤੇ ਤਾਂ ਵੀ ਮਿਰਜ਼ਾ ਸਾਹਿਬ ਮੁਫਤਰੀ। देखो मिर्जा साहब कैसा काम करके गए ने। मुझे नहीं आपकी ये मंतक समझ आ रही है, अल्लाह की कसम। मंतक ਤੁਹਾਡੇ ਸਾਹਮਣੇ ਚੌਹਾਨ ਸਾਹਿਬ ਹਕੀਕਤ ਵਈ ਦਾ ਸਫਾ ਸਟਾਰਟ ਕੱਢੋ ਜ਼ਰਾ, ਮੰਤਕ ਸਮਝਾਈਏ ਇਹਨੂੰ। ਮੈਨੂੰ ਨਹੀਂ ਸਮਝ ਆ ਰਹੀ ਹੈ। ਤੁਸੀਂ ਮਿਰਜ਼ਾ ਸਾਹਿਬ ਦੇ ਆਪਣੇ ਲਫ਼ਜ਼ ਨੇ ਜਿਹੜੇ ਮੈਂ ਬਿਆਨ ਪਿਆ ਕਰਨਾ ਹੈ। ਮਿਰਜ਼ਾ ਸਾਹਿਬ ਦੇ ਆਪਣੇ ਲਫ਼ਜ਼। ਮਿਰਜ਼ਾ ਸਾਹਿਬ ਦੇ ਲਫ਼ਜ਼ ਹਰ ਬੰਦੇ ਨੂੰ ਸਮਝ ਨਹੀਂ ਆ ਜਾਂਦੇ ਹੁੰਦੇ, ਮੇਰੇ ਤੁਹਾਡੇ ਵਰਗੇ ਨੂੰ ਆਪਣੀ ਵੀ ਗੱਲ ਕਰਨਾ। ਉਹ ਦਿਓ ਦੀ ਫਲਾਂਡਿੰਗ ਜਿਹੜਾ मिर्जा साहब कहते हैं ये अजीब बात है कि आप काफिर कहने वाले और ना मानने वाले को दो किस्म के इंसान ठहराते हैं, हालांकि खुदा के नजदीक एक ही किस्म है। एक ही किस्म। क्योंकि जो शख्स मुझे नहीं मानता वो इसी वजह से नहीं मानता कि वो मुझे मुफ्तरी करार देता है। बस 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 ਐਨਾ ਹੀ। ਹਾਂਜੀ, ਜਿਹੜਾ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦਾ ਨਾ, ਉਹ ਇਸੇ ਗੱਲੇ ਨਹੀਂ ਮੰਨਦਾ ਕਿ ਉਹ ਮਿਰਜ਼ਾ ਸਾਹਿਬ ਨੂੰ ਮੁਫਤਰੀ ਕਰਾਰ ਦਿੰਦਾ ਹੈ। ਜੇ ਇਹ ਹੁਣ ਗਿੱਲਾ ਤਿੱਤਰ ਹੈ, ਇਹ ਆਖੇ ਮੈਂ ਮੁਫਤਰੀ ਨਹੀਂ ਆਂਦਾ, ਤੇ ਮਿਰਜ਼ਾ ਸਾਹਿਬ ਝੂਠੇ ਹੋਏ ਨਾ। ਫਿਰ ਇਹ ਜਾਂ ਮੰਨੇ ਤੇ ਜਾਂ ਮਿਰਜ਼ਾ ਸਾਹਿਬ ਨੂੰ ਮੁਫਤਰੀ ਆਖੇ, ਦੋ ਹੀ ਰਸਤੇ ਨੇ ਇਹਦੇ ਕੋਲ। ਜੇ ਮੰਨੇ ਤੇ ਮੁਸਲਮਾਨਾਂ ਦੀ ਨਜ਼ਰ 'ਚ ਕਾਫਰ ਹੈ, ਜੇ ਨਾ ਮੰਨੇ ਤੇ ਮਿਰਜ਼ਾ ਸਾਹਿਬ ਦੀ ਨਜ਼ਰ 'ਚ ਕਾਫਰ ਹੈ, ਕਿਉਂਕਿ ਇਹ ਮਿਰਜ਼ਾ ਸਾਹਿਬ ਦੇ ਬਕੌਲ ਮੁਫਤਰੀ ਸਮਝ ਕੇ ਨਹੀਂ ਪਿਆ ਮੰਨਦਾ, ਤੇ ਲਿਹਾਜ਼ਾ ਫਤਵਾ ਕੁਫਰ ਇਹਦੇ ਤੇ ਪੈ ਗਿਆ। ਦੇਖੋ ਕੈਸਾ ਮਿਰਜ਼ਾ ਸਾਹਿਬ ਨੇ ਜਿਹੜਾ ਢੰਗਾ ਤਿਆਰ ਕੀਤਾ ਨਾ, ਅਗਲੀਆਂ ਲੱਤਾਂ ਵੀ ਤੇ ਪਿਛਲੀਆਂ ਲੱਤਾਂ ਵੀ ਦੋਏ ਵੱਜੀਆਂ। पता नहीं जी, मैं अगर तुसी जवाब है नहीं अमन नजीर साहब आपने जमात अहमदिया मेरे को आज जवाब देवा जी। एक मिनट मुझे जरा अमन नजीर भाई से बात करनी है। अमन नजीर साहब आपने मैं बिजी होने लगा, मैं आना तुसी गल करो। मैं कहना सी कि अगर तुसी जमात अहमदिया लाहौर दे अकायद पढ़े और अमन नजीर साहब तो टुर गए ने पता नहीं पीछे, तो अगर अकायद उन्होंने जिस तरह हर चीज निकलवा लेते हैं, अकायद निकालें और यहाँ पे मुझे बावाज बुलंद पढ़ के दिखा दें और बताएं कि क्या है वो। उसमें जो 8वां अकीदा है हमारा, अब पता नहीं अमन नज़ीर साहब सुन रहे हैं नहीं सुन रहे, वो मैं बता देता हूँ। जो 8 टोटल लिखे हुए हैं 10 अकायद हैं हमारे, जमात अहमदिया लाहौर की बात कर रहा हूँ। उसमें 8 नंबर जो अकीदा है वो क्या है? हज़रत मिर्ज़ा साहब का मानना बुनियाद दीन में से नहीं है, ना ही जुज़्व ईमानियात है, इसलिए इनको ना मानने से कोई शख्स काफिर नहीं हो सकता। बस इससे ज़्यादा मैं नहीं समझता हूँ कि। और वो कहते हैं आगे 9 नंबर पे कहते हैं, एक मुसलमान जब तक कलमा तैयबा का कायल है, एक मुसलमान जब तक कलमा तैयबा का कायल है, इसको किसी सूरत में काफिर करार नहीं दिया जा सकता। अब इसमें ये सूरत डाली गई है कि अगर वो मिर्ज़ा साहब को ये नहीं मानता, वो नहीं मानता, मुफ्तरी मानता है, फलां करता है, डमकां करता है, तो वो काफिर होगा। उन्होंने कह दिया जी कलमा तैयबा जो पढ़ता है अपने मुंह से, उस शख्स को किसी भी सूरत में काफिर करार नहीं दिया जा सकता। वो मुजरम हो सकता है, लेकिन जुर्म मसीयत की बिना पर इसको काफिर। हेलो, ये 10 अकायद कहाँ लिखे हुए हैं? कौन सी किताब है ये? हफीज शेख साहब, उनका फोन आया हुआ है मेरे ख्याल में। अच्छा ठीक है, मैं को उनको कहीं यहाँ पे लगाएं ये 10 अकायद, या मुझे व्हाट्सएप कर दे, मैं लगा देता हूँ। ये बड़े मज़ेदार अकायद हैं कि जो मिर्ज़ा साहब को मानना जुज़्व ईमान ही नहीं है। वो मिर्ज़ा साहब यहाँ पे क्या लेने आए थे? चुरलू किस काम के लिए आए थे जब उनको मानने की ज़रूरत ही नहीं है? आपके ईमान पे कोई फ़र्क नहीं पड़ता भी कापड़े कोल रखो हो जा बंदा, असी की करना होता अचार पाने। ये है लाहौरियों का अकीदा, यानी ऐसा मज़हब का खेज अकीदा है कि शर्म भी नहीं इनको आती ये बात कहते हुए कि मिर्ज़ा साहब को माने ना माने आपका ईमान सलामत रहेगा। भी क्यों मानिए, क्यों मुसीबत च पईए? और लाहौरियो तुसी क्यों मान रहे हो? खाम खा काफर का डिक्लेयर हो गया। चंगा है तुसी मुसलमानों च रहो, अपना कुर्बानियां करो तो नमाज़ां पढ़ो, क्या मुसीबत है तुम लोगों को ये मानने की जब जुज़्व ईमान ही नहीं है मिर्ज़ा साहब को मानना? कोई अकल का काम लें, कोई मतलब थोड़ी सी भी अकल रखने वाले बंदे को आप ये कहें कि एक शख्स है जो कहता है मैं खुदा की तरफ से आया हूँ, लेकिन उसको मानना ना मानने से आपको ईमान पे कोई फर्क नहीं पड़ेगा, तो कहेगा जी सानू की जरूरत है उन्होंने मानने दी, दफा करो।
लोरी कहते कि नहीं हम ਗੱਲ मिर्जा ਸਹੀ साहब ਕੀਤੀ ਹੈ। ਲਾਹੌਰੀ ਬੜੀ ਬੇਵਕੂਫ ਨਿਕਲੇ ਨੇ, ਸਿਰਫ ਮਸੀਂ ਮੰਨ ਕੇ ਕਾਫਰ ਹੋ ਗਏ ਨੇ, ਐ ਫਿਰ ਬਿਲਾ ਵਜ੍ਹਾ ਹੀ ਕਾਫਰ ਹੋਏ ਪਏ ਨੇ। नहीं नहीं सही उनको गल मानते की। हैं, वो कहते हैं पढ़ के सुना रहा है, जुज़्वे ईमान ही नहीं है तो मान। ਵੈਸੇ ਤਾਰੀ ਚੌਹਾਨ ਸਾਹਿਬ ਗੌਰ ਕਰੋ ਤੁਸੀਂ ਵੀ, ਵੈਸੇ ਮੈਨੂੰ ਲੱਗਦਾ ਲਾਹੌਰੀ ਜਿਹੜੇ ਨੇ ਨਾ ਉਹ ਫਿਰ ਵੀ ਤੁਹਾਡੇ ਸਾਰਿਆਂ ਵਿੱਚੋਂ ਨਾ ਜਿਹੜੇ ਪੈਰੋਕਾਰ ਨੇ ਮਿਰਜ਼ਾ ਸਾਹਿਬ ਦੇ, ਉਹਨਾਂ ਵਿੱਚੋਂ ਅਕਲਮੰਦ ਲੱਗਦੇ ਨੇ ਮੈਨੂੰ। अकलमंद है सब तो ज्यादा ਅੱਛਾ ਨਹੀਂ ਕਾਜ਼ਮੀ ਸਾਹਿਬ ਗੱਲ ਇਹ ਨਹੀਂ ਹੈ ਜਿਹੜੀ ਗੱਲ ਲੋਰੀਆਂ ਕੀਤੀ ਹੈ ਨਾ 53 ਚ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਵੀ ਇਹੀ ਕੀਤੀ ਸੀ। ਉਸ ਕੋਲ ਸਵਾਲ ਹੋਇਆ ਸੀ ਮਿਰਜ਼ਾ ਸਾਹਿਬ ਮੰਨਣਾ ਇਮਾਨ ਨਾਲ ਜੁਜ਼ਵੇ ਆਣਾ ਜੀ ਨਹੀਂ। ਲੋਰੀਆਂ ਉਸ ਤੋਂ ਬਾਅਦ ਜਦ ਤਬਸਰਾ ਕੀਤਾ ਨਾ ਤੁਹਾਨੂੰ ਆਖਿਆ ਮੀਆਂ ਜੀ ਅਸੀਂ 40 ਸਾਲ ਤੋਂ ਤੁਸੀਂ ਜਿਹੜੀ ਗੱਲ ਸਮਝਾਣੇ ਪਏ ਆਸਾਨੀ ਗੱਲ ਨਹੀਂ ਸਮਝੀ, ਡੰਡਾ ਵੇਖ ਕੇ 1 ਮਿੰਟ ਸਮਝ ਗਏ, ਪਹਿਲੇ ਦੱਸੋ ਅਸੀਂ ਡੰਡੇ ਨਾਲ ਸਮਝਾ ਸਕਾਂ। ਇਹ ਮਨੀਰ ਰਿਪੋਰਟ ਚ ਕਹੀ ਸੀ ਨਾ। हाँ जी, 53 जी का अदालत बयान देते ना उससे मौजूद है। तारीख अहमदियत नहीं मना जल्द 16 है। ਮਨੀਰ ਇਨਕੁਆਰੀ। हाँ तारीख अहमदियत सवालो जवाब मौजूद ने उत्थे लिखी है गल। अच्छा अच्छा अच्छा। रोमा साहब सलाम अलैकुम। रोमा साहब पीछे चले गए। तबसरे कीते ना तो आने मियां जी जेड़ी गल तो 40 साल हो गए अस्सी पे मनवाने आ वो तुसा नहीं मनी, डंडा एक बार वेख्या नहीं मान के पहले दसो अस्सी डंडा विखा सटार। ਯਕੀਨ ਤਸੱਲੀ ਪਾਈ ਡੰਡਾ ਤੇ ਮਿਰਜ਼ਾ ਮਹਿਮੂਦ ਨੇ ਦਿੱਤਾ ਸੀ ਨਾ ਲੋਰੀਆਂ ਨੂੰ, ਤਦ ਤੇ ਉੱਥੋਂ ਭੱਜ ਕੇ ਆ ਗਏ। ਜੇ ਡੰਡਾ ਲੋਰੀਆਂ ਕੋਲ ਹੁੰਦਾ ਤੇ ਉਹ ਮਿਰਜ਼ਾ ਮਹਿਮੂਦ ਨੇ ਸਭ ਕੁਝ ਮੰਨ ਜਾਣਾ ਚਾਹੀਦਾ। तारक साहब आप तो वैसे ही मिर्जा महमूद के पीछे पड़े हैं। रजू तो मिर्जा महमूद ने अपने कायद से किया था ना, 14 के कायद और 53 वाली कार्रवाई में को देखें तो दोनों में तजाद है। ਅੱਛਾ ਹੈ ਇਨਫੋਰਮੇਸ਼ਨ ਤੁਸੀਂ ਦੱਸੀ ਹੈ ਜਿਹੜੀ, ਇਹਦਾ ਹਵਾਲਾ ਮੈਨੂੰ ਦੇਣਾ ਦੇਣਾ ਕਿਹੜਾ ਜੀ? ਇਹ ਮੁੱਦੇ ਦਾ। ਇਹ ਜੋ ਇਨਕਾਰ ਕੀਤਾ ਸੋ ਜਜ਼ਵੇ ਇਮਾਨ ਤੋਂ ਆਹੋ ਆਹੋ ਮੈਂ ਭੇਜ ਦੇਣਾ ਤੁਹਾਨੂੰ ਪਰਸ। ਇਹ ਤਾਰੀਖ ਅਹਿਮਦੀਅਤ ਦੀ ਜਲਦ 16 ਵਿੱਚ ਲਿਖੀ ਹੈ 53 ਦੇ ਵਾਕਿਆਤ ਨਾ ਜਿਹੜੇ ਉਸ ਵਿੱਚ ਲਿਖੇ 16 ਚ ਸਫਾ ਕਿਹੜਾ ਹੈ? ਚੈੱਕ ਕਰਨਾ ਪਿਆ ਸੀ, ਇਹ ਮੈਂ ਪਤਾ ਜਲਦ 16 ਹੈ। ਇਹ ਤੇ ਅਗਰ ਇਹ ਬਾਤ ਹੈ ਤੇ ਬੜਾ ਹੀ ਟਾਈਟ ਮੈਂ 5-7 ਮਿੰਟ ਤੱਕ ਰਹਿਣਾ, 5-7 ਮਿੰਟ ਬਾਅਦ ਮੈਂ ਡਿਸਪਲੇ ਕਰ ਦੇਣਾ ਵਾਲਾ। ਠੀਕ ਹੈ। ਓਏ 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 ਤਾਰੀਖ ਚੌਹਾਨ ਸਾਹਿਬ ਮੈਂ ਕੀ ਬਸ਼ੀਰਾ ਇਨ ਟਰਬਲ ਹਾਂ। ਤਾਰੀਖ ਚੌਹਾਨ ਸਾਹਿਬ, ਤਾਰੀਖ ਚੌਹਾਨ ਸਾਹਿਬ अब मेरी कॉल आ गई थी काजी साहब, क्या गल हो रही थी? ਗੱਲ ਇਹ ਹੋ ਰਹੀ ਸੀ ਕਿ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਨੇ 1954 ਦੇ ਵਿੱਚ ਮਨੀਰ ਇਨਕੁਆਇਰੀ ਕਮਿਸ਼ਨ ਦੇ ਵਿੱਚ ਜਾ ਕੇ ਮੰਨਿਆ ਕਿ ਮਿਰਜ਼ਾ ਸਾਹਿਬ ਨੂੰ ਮੰਨਣਾ ਜੁਜ਼ਵੇ ਈਮਾਨ ਨਹੀਂ ਹੈਗਾ। जी जी ये तो गल मैं सुन ली थी। ਹਾਂ ਤੇ ਉਹ ਗੱਲ ਅੱਗੇ ਵੀ ਹੁੰਦੀ ਸੀ ਕਿ 1914 ਦੇ ਅਕੀਦਾ ਜਿਹੜਾ ਸੀ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਦਾ ਤੇ 1954 ਵਾਲਾ ਦੋਵਾਂ 'ਚ ਤਜ਼ਾਦ ਹੈ। ਤੇ ਮੈਂ ਹਵਾਲਾ ਮੰਗ ਲਿਆ, ਮੈਂ ਕਿਹਾ ਮੈਨੂੰ ਹਵਾਲਾ ਦਿਓ, ਇਹ ਚੀਜ਼ ਤੇ ਮੈਨੂੰ ਚਾਹੀਦੀ ਹੈ। यानी आईना सदाकत च मिर्जा महमूद साहब लिखते ने कि जिन्हें नाम ही नहीं सुनिया ना मिर्जा साहब दा वो भी काफर ते दायरा इस्लाम चो खारिज है। वैसे यह ज्यादती ਉੱਥੇ है ਜਾ ਕੇ ਕਹਿ ਰਹੇ ਨੇ ਕਿ ਜੀ ਜੁਜ਼ਵੇ ਈਮਾਨ ਹੀ ਨਹੀਂ ਹੈ। वैसे यह ज्यादती नहीं, ਜਾਤੀ ਦੀ ਜਾਤੀ ਇਹਦਾ ਮਤਲਬ ਬਸ਼ੀਰਾ ਇਨ ਟਰਬਲ ਸਹੀ ਹੈ, ਮਤਲਬ ਲਕਬ ਬੜੀ ਦੇਰ ਦਾ ਸਾਰੀ ਮਿਰਜ਼ਾਈਅਤ ਇਨ ਟਰਬਲ ਹੈ। ਲੋਰੀਅਤ ਤੇ ਵੈਸੇ ਹੀ ਵਿੱਚੋਂ ਨਿਕਲ ਗਈ। ਉਹ ਜੁਜ਼ਵੇ ਈਮਾਨ ਹੀ ਨਹੀਂ ਹੈ ਵੀ ਕੀ ਲੈ ਕੇ ਬੈਠੇ ਹੋ ਬੰਦਾ, ਜੁਜ਼ਵੇ ਈਮਾਨ ਤੇ ਹੈ ਕੋਈ ਨਹੀਂ, ਛੱਡੋ ਪਰਾਂ, ਐਵੇਂ ਜੁੱਤੀਆਂ ਖਾਂਦੇ ਪਏ ਹੋ ਮੁਸਲਮਾਨਾਂ ਕੋਲੋਂ। वेल सेड तारक भाई, आज तो आप ऐसे बाउंसर फेंक रहे हैं ना कि दिल करता है कि आप अगर पास होते तो मैं आपको चूम लेता। ਹਾਏ और ਸਦਕੇ ना चूमे इनको। ਖੁਦਾ ਦਾ ਨਾਮ ਲਵੋ, ਇਹ ਤੁਸੀਂ ਹੁਣ ਆਏ ਹੋ, ਇਸ ਤੋਂ ਪਹਿਲਾਂ ਸਾਨੂੰ ਵੀ ਗੁਗਲੀਆਂ ਕਰਾਉਂਦੇ ਰਹੇ ਨੇ, ਇਹ ਕਿਸੇ ਦਾ ਨਹੀਂ ਸਿੱਖੇਗੇ। मेरी गुगलियों के मुतल्लिक आबुद हुसैन साहब को पता है। नहीं तारक चौहान साहब, मैं तो हलवा पहन कर बैठा हुआ हूँ। बिल्कुल। ਤਾਰੀਖ ਚੌਹਾਨ ਸਾਹਿਬ ਮੈਂ ਤੇ ਕਹਿੰਦਾ ਤੁਸੀਂ ਇਹ ਹਲਕਾ ਫੁਲਕਾ ਦਾਵਾ ਕਰੋ ਯਾਰ, ਇੰਨੇ ਤੁਸੀਂ ਪੜ੍ਹੇ ਲਿਖੇ ਹੋ ਮਾਸ਼ਾਅੱਲਾ, कोई हल्का फुल्का दावा करो ना। आपको पता नहीं, आप मजाक में भी ये बात करते हैं, कितना बड़ा जुर्म है खुदा ताला पर इफ्तरा करना। आपको एहसास है इस चीज़ का? दुनिया और जहान में वो मतलब जिल्लत और रसवाई उसका मुकद्दर है जो खुदा ताला के ऊपर इफ्तरा कर रहा है, उसको दुनिया में ही अजाब मिलेगा।
किसी वही ऐसा अल्लाह तो ताला ने आपको दी कभी है नहीं, कुरान आपको में कभी इल्हाम नहीं बार हुआ? बार। आपको नहीं आप हुआ कह रहे हैं जी इल्हाम? कर दें, दावा कर दें, तो खुदा का नहीं, खौफ आपको करें, ये मजाक में अभी भी बात ना करें। कभी आपको इल्हाम नहीं हुआ? मैं कहूँगा हुआ है तो फिर आप मेरे पीछे पड़ जाएंगे। इसका मतलब है हुआ है, आप बताना नहीं चाहते। हुआ तो होगा, ऐसे कैसे हो सकता है? मिर्जा साहब के मानने वाले को इल्हाम ये ना जो हो? इल्हाम होते हैं ना इंसान के, ये उसकी ज़ात के मुतल्लिक होते हैं। मामूर मिन अल्लाह को इल्हाम जो होते हैं ना, वो होता है वो अल्लाह लोगों को हदायत के लिए होते हैं। लेकिन इंसानों के साथ कोई अल्लाह ताला को कोई ताल्लुक है तो वो उसके ज़ाती ताल्लुक के लिए, वो लोगों को बताने की बात नहीं होती। लेकिन मिर्जा साहब की मैं ना आज पढ़ रहा था एक इबारत, वो कहते हैं कि कई दफ़ा शैतान भी सच्चे इल्हाम करता है। हाँ बिल्कुल, ये क्या बात है? सही बात है। शैतान भी सच्चे इल्हाम कर देता है? शैतानी भी होते हैं, रहमानी भी होते हैं। नहीं 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 नहीं, मिर्जा साहब ने लिखा हुआ है कई दफ़ा शैतान भी सच्चे इल्हाम करता है, ये लिखा हुआ मतलब है। ऐसी बात बता देता है जो सच्ची हो जाती है। हाँ हाँ जी, नफ्स हाँ, तो फिर इंसान शैतानी इल्हाम में, हाँ, तो शैतानी जाहिर इल्हाम है में इसमें तो दूसरे कोई में ऐसी फिर बात फ़र्क नहीं कैसे है पता ना। लगेगा? ऐसे लोग जो मुल्हिदीन हैं उनको भी कई बातें पहले से पता चल जाती हैं। वो तो एक नहीं नहीं, फिनोमेना वो है और बात जो है ना। साइकोलॉजिकल फिनोमेना है, उसका खुदा ताला से कोई ताल्लुक नहीं है। अच्छा चलिए, हकीकत वही खोलें, पहला देखिए सफ़ा। कुछ लोगों के दिमाग ऐसे होते हैं जो कई बातों को उनको पहले से पता चल जाता है, उनके दिमाग की साख्त ऐसे होती है, वो रिसीव कर लेते हैं इस मैसेज को। नहीं, वो इल्हाम वैसे में तो मुझे नहीं ना आता। बहुत कम ख्वाब आते हैं, कईयों को नहीं बहुत वो ख्वाब आते हैं। इल्हाम में तो नहीं ना आता, वो जो आप नहीं, कैटेगरी बता इल्हाम रहे क्या हैं। चीज़ है? इल्हाम क्या है क्या ये बताएं? समझते हैं आप? इल्हाम कोई भी चीज़, कोई मैसेज है, कोई वो शैतान का भी हो सकता है, खुदा का, अल्लाह ताला का भी हो सकता है। इसलिए शैतानी और रहमानी दोनों किस्म के हो सकते हैं। लेकिन मेरे साहब कह रहे हैं शैतानी इल्हाम भी सच्चा होता है। हाँ, सच्चा भी हो सकता है। ये मतलब फिर एक तो फिर ऐसी फ़र्क बात कैसे जो आपको करेंगे? बताई जाए जो सच्ची हो। फिर रहमानी और शैतानी में फ़र्क कैसे करेंगे? नहीं, यही बात है ना कि जब आप आप एक बहुत काम सारी करिए, बातें मैं खुदा आपको की तरफ से बताई मैं आपको जाती है रिक्वेस्ट आपको। करता हूँ, मैं आपको रिक्वेस्ट करता हूँ हकीकतुल वही निकालें, पहला सफ़ा, पहला सफ़ा पहला दूसरा सफ़ा पढ़िए ज़रा। ठीक है, मैं पढ़ता हूँ। हाँ, जो दूसरे सफ़े के ऊपर हाशिए से पहले है ना 2-4 लाइनें, वो पढ़ने से लायक है, क्योंकि ये मैंने सवाल आज हमें नज़ीर साहब भी किया है। हमें नज़ीर साहब ने मुझे ये जवाब दिया है कि हैं जी, सारी बात खोल कर बयान कीजिए। वही मैं कह रहा हूँ ना, वो निकालें ज़रा हकीकतुल वही पहला और दूसरा सफ़ा ज़रा पढ़ें, उसकी ज़रा मुझे वजाहत दें। हकीकतुल वही, जिल्द 22 है। ਹੁਣ ਤੇ ਤੁਹਾਨੂੰ ਹਕੀਕਤੁਲ ਵਹੀ ਜ਼ਬਾਨੀ याद हो जानी चाहिए 600 ਸਫ਼ਿਆਂ ਦੀ किताब। अली में जिल्द जी, जिल्द 22 है, जहाँ से हकीकतुल वही शुरू हो रही है सफ़ा ना, नंबर जहाँ से 3 हकीकतुल वही, सफ़ा नंबर 3 सफ़ा से शुरू होता है। वो जहाँ पे पहला हाशिया आता है ना, पहले हाशिए से ऊपर 2-4 लाइनें हैं, पहला हाशिया जो लगा हुआ है ना स्टार, उसके आगे पढ़ना शुरू करें ज़रा, हाशिए के स्टार से पहले मेन इबारत पे, हाशिए में नहीं, मेन अक्सर लोग इबारत इस बात से बेखबर हैं कि किस दर्जा और किस हालत में कोई ख्वाब या इल्हाम काबिल एतबार हो सकता है और किन हालतों में यह अंदेशा है कि वो शैतान का कलाम हो ना खुदा का, और हदीसुन नफ्स हो ना हदीसुर रब। याद रखना चाहिए कि शैतान इंसान का सख्त दुश्मन है, वो तरह तरह की राहों से इंसान को हलाक करना चाहता है, और मुमकिन है कि ख्वाब सच्ची भी हो
اور پھر بھی وہ شیطان کی طرف سے ہو، اور ممکن ہے کہ ایک الہام سچا ہو اور پھر بھی وہ شیطان کی طرف سے ہو، کیونکہ اگرچہ شیطان بڑا جھوٹا ہے لیکن کبھی سچی بات بتلا کر دھوکہ دیتا ہے تا ایمان چھین لے۔ ہاں، وہ لوگ جو اپنے صدق اور وفا اور عشق الہی میں کمال کے درجہ پر پہنچ جاتے ہیں، ان پر شیطان تسلط نہیں پا سکتا، جیسا کہ اللہ تعالیٰ فرماتا ہے اِنَّ عِبَادِی لَیسَ لَکَ عَلَیہِم سُلطان۔ سو ان کی یہ نشانی ہے کہ خدا کے فضل کی بارشیں ان پر ہوتی ہیں۔ دیکھیں یہاں پہ سوال کا جواب بھی آپ کے آ گیا کہ کیسے پتہ چلے گا کہ الہام شیطانی ہے کہ الہام رحمانی ہے۔ تو انہوں نے بتا دیا کہ وہ لوگ جو اپنے صدق اور وفا اور عشق الہی میں کمال کے درجہ پر پہنچ جاتے ہیں، ان پر شیطان تسلط نہیں پا سکتا، اور اس درجہ سے ملنے سے پہلے انسان ہر وقت وہ اس خطرے میں مبتلا رہتا ہے کہ اس کا الہام شیطانی ہے یا رحمانی۔ سمجھ آ گئی؟ سمجھ تو آ گئی ہے، لیکن جس کے اوپر انہوں نے کرائٹیریا رکھا ہے نا کہ یہ شیطانی ہے یا یہ رحمانی ہے، اب اس کے لیے جو انہوں نے کرائٹیریا رکھا ہے وہ کرائٹیریا پورا کرنا بھی اور مشکل ہے۔ کیوں؟ کیونکہ کوئی شخص یہ کیسے جان سکتا ہے کہ وہ قربت الہی میں بہت آگے آ چکا ہے یا وہ واقعی اللہ کی نظر میں مقبول ہو چکا ہے کہ نہیں ہو چکا، یہ اس کو کیسے پتہ لگے گا؟ وہ جان نہیں سکتا اگر یہی پتہ لگ جائے جب تو تک پھر کیا رہ گیا پیچھے؟ میں آپ کو بتا سکتا ہوں، وہ خود نہیں جان سکتا جب تک اللہ تعالیٰ کی طرف سے اس کو یہ اطلاع نہ دی جائے، اور یہ اطلاع اس وقت دی جاتی جب وہ یہ درجہ کو پا لیتا ہے۔ اس سے پہلے وہ ہر وقت وہ گڑھے کے قریب ہے، وہ کسی بھی وقت بھی گر سکتا ہے گمراہی کے گڑھے میں، اور شیطان اس کے جتنا انسان خدا کے قریب ہونا چلتا ہے نا، شیطان اتنا زیادہ زور سے حملے اس پر کرتا ہے۔ تو پھر دیکھیں کہ اگر اس طرح کی بات ہے تو دیکھیں، ایک دن بندے کو ایک الہام ہوا، وہ بھی سچا تھا، اگلے دن الہام ہوا، وہ بھی سچا تھا۔ اب ان دونوں میں سے کیسے پتہ لگے کہ کون سا شیطانی تھا، کون سا شیطان کی طرف سے تھا اور کون سا رحمان کی طرف سے تھا؟ اگر ایک شیطان کی طرف سے تھا اور یعنی کہ چانس تو پھر 50-50 ہو گیا۔ اب جب ایک الہام شیطان کی طرف سے آ گیا، وہ بھی سچا تھا، سچا ہو گیا وہ بھی، بندہ تو یہی سمجھے گا نا کہ وہ اللہ کی طرف سے تھا، ہاں تو سمجھتا رہے، کیونکہ سچا اس کے سچے ہونے کی دلیل ہی ہے ہوگی نا۔ میری بات سمجھے، میرا مسئلہ سمجھے، مسئلہ مجھے کدھر آ رہا ہے؟ لیکن میں یہی کہہ رہا ہوں نا کہ وہ انسان ہر وقت خطرے میں ہے اس حالت سے جانے سے پہلے، یعنی جب تک اس کو وہ نفس مطمئنہ نہیں مل جاتا، اس سے پہلے وہ نفس امارہ کی ہر وقت پہنچ میں ہے، اور کسی وقت بھی وہ دوسری طرف گر سکتا ہے۔ اس لیے اس کا یہی ہے کہ جب انسان کو الہام ہو اور سچا بھی نکلے تو اس کو خدا تعالیٰ کی طرف رجوع کرنا چاہیے، اور اس کو یہ سمجھ لینا چاہیے، یعنی شیطان انسان میں الہام کر کے کیا بتانا چاہتا ہے؟ شیطان یہ بتانا چاہتا ہے کہ دیکھو تم کوئی چیز ہو، اور وہ جب آدمی اپنے آپ کو کچھ چیز سمجھنے لگتا ہے نا تو پھر وہ خدا تعالیٰ سے دور ہونا شروع ہو جاتا ہے۔ تو بلم باور کا جو قصہ بتایا گیا ہے وہ یہی تھا نا، حضرت موسیٰ علیہ السلام کے زمانے میں اس پر الہام ہوتا تھا، لیکن اس نے حضرت موسیٰ علیہ السلام کا انکار کر دیا، اس وجہ سے خدا تعالیٰ نے اس کی مثال کتے کی دی ہے کہ جو اس پر پتھر مارو تو تب بھی وہ ہانپتا رہتا ہے، نہ پتھر مارو تو تب بھی ہانپتا رہتا ہے، حالانکہ وہ ملہمن اللہ تھا، لیکن اس میں پھر یہ خناس آ گیا کہ میں خود کوئی چیز ہوں، جس کی وجہ سے اس نے خدا تعالیٰ کی طرف سے جو مامور تھا اس کا انکار کر دیا اپنے اس زوم کی وجہ سے۔ یہی تکبر ہے جو انسان کو پھر لے بیٹھتا ہے اور خدا سے اس کو دور کرا کے بلکہ جہنم میں اس کو گرا دیتا ہے۔ تو جب تک اس کو وہ کیفیت نہیں آتی اس وقت تک اللہ تعالیٰ کے ساتھ انسان کو اپنا تعلق رکھنا چاہیے مضبوط، اور ہر وقت عاجزی اختیار کرنی چاہیے۔ تو شیطان جتنی آپ عاجزی اختیار کریں گے، شیطان کا حملہ آپ کے اوپر کارگر نہیں ثابت ہوگا، لیکن جب آپ سمجھیں گے کہ میں کچھ چیز بن گیا ہوں تو بس پھر آپ شیطان کے قابو میں آؤ، کیونکہ ابلیس کا کام یہی کہ اس نے تکبر کیا۔ اس نے کہا نا حضرت آدم کے متعلق کہ اس کو تو تم نے مٹی سے بنایا ہے، مجھے آگ سے بنایا ہے، اس کو میں اس کی فرما برداری کیوں کروں؟ تو یہ اس کا تکبر تھا جس کی وجہ سے وہ ارادہ کرتا پیچھے دوڑ گیا، پیچھے ایک بھج گیا، انہیں ہنر سے کی لینا سی۔ جی وہ کہندا کنفیوز ہو گیا میں۔ ذرا سوچو
वो अपना नौवां अकीदा दस रहा सी कि मिर्ज़ा साहब को मानना जुज़्वे ईमान नहीं है। आप खुद सोचें कि ऐसा मज़हब का खेज़ अकीदा, यानी एक शख्स खुदा की तरफ से आने का दावा कर रहा है, वो मामूर मिन अल्लाह खुद को कह रहा है, और आप उसको मान कर कहते हैं कि इसको आप माने या ना माने, आपके ईमान पे कोई फ़र्क नहीं पड़ेगा। वो नईम ईमान साहब बता रहे थे कि मिर्ज़ा बशीरुद्दीन महमूद ने भी यही कहा था, वो जो इंक्वायरी कमीशन था उसमें, कि वो जुज़्म ईमान नहीं है। हाँ हाँ ऐसे ही कहा था हमने। तो ये हाल देखिए इनका, ये मिर्ज़ा साहब के मानने वालों। मसला ये है ना कि मिर्जा साहब के मानने वालों के पास मिर्जा साहब की हर तरह की तहरीर मौजूद है, इनकार की भी इकरार की भी। जहाँ उनको जरूरत पड़ती है। आमिर भाई मैं कर लो गल पप्पू। पहले मैं आया मेरा नहीं पप्पू तो आप जड़ा ना वो ज्यादा प्रेफरेबल पर्सन है पप्पू। अच्छा शर्मिंदा ना पता भी नहीं चलता, इज्जत पे करते कि बेइज्जती पे करते हो। कल आमिर भाई मैं कल एक चीज सोचा सा, तारक भाई बैठे सन ते नासिर साहब बैठे सन ते हफीज साहब आपस जी तू बहस कर रहे सन ना, ते मैं सोचा सा तीनों यार अहमदी ने या कादियानी ने जो भी कह लो, ਤੇ ਤਿੰਨੋਂ ਇੱਕ ਦੂਜੇ ਨੂੰ ਕਾਫਰ ਸਮਝਦੇ ਨੇ। ਫਿਰ ਥੋੜੀ ਦੇਰ ਬਾਅਦ ਮੈਂ ਸੋਚਿਆ ਨਹੀਂ ਯਾਰ, ਅਸੀਂ ਤੇ ਮੁਸਲਮਾਨ, ਅਸੀਂ ਨਾ ਤਿੰਨਾਂ ਨੂੰ ਕਾਫਰ ਕਹਿੰਦੇ, ਇਹ ਤਿੰਨੋਂ ਸਾਨੂੰ ਕਹਿੰਦੇ ਨੇ। ਯਾਨੀ ਕੋਈ ਬਾਹਰ ਕੋਈ ਹੋਰ ਮਜ਼ਹਬ ਦਾ ਬੰਦਾ ਆ ਕੇ ਬੈਠਦਾ ਤੇ ਸਾਡੀਆਂ ਗੱਲਾਂ ਸੁਣਦਾ ਤੇ ਸਾਡੇ ਕੋਲ ਪੁੱਛਦਾ, ਅਸੀਂ ਕਹਿੰਦੇ ਉਹ ਤਿੰਨੋਂ ਕਾਫਰ ਨੇ। ਤਾਰਕ ਸਾਹਿਬ ਕਹਿੰਦੇ ਸਾਰੇ ਕਾਫਰ ਨੇ, ਨਾਸਰ ਸਾਹਿਬ ਕਹਿੰਦੇ ਨਹੀਂ ਇਹ ਸਾਰੇ ਕਾਫਰ ਨੇ, ਤੇ ਹਫੀਜ਼ ਸ਼ੇਖ ਸਾਹਿਬ ਕਹਿੰਦੇ ਨਹੀਂ ਮੈਂ ਮੁਸਲਮਾਨ ਹੈ ਸਾਰੇ ਕਾ। ਯਾਰ ਐਸੇ ਕੀ ਮਜ਼ਾਕ ਨਹੀਂ, ਅਸੀਂ ਮਜ਼ਾਕ ਨਹੀਂ ਬਣਾ ਦਿੱਤਾ ਵੈਸੇ ਇਸਲਾਮ ਨੂੰ ਯਾਰ। ਕੀ ਅਸੀਂ ਕਿਸ ਪਾਸੇ ਜਾ ਰਹੇ ਹਾਂ ਸਾਰੇ ਲੋਕ? ਇਹ ਸਾਰਾ ਮਜ਼ਾਕ ਜਿਹੜਾ ਨਾ ਇਹ ਮਿਰਜ਼ਾ ਸਾਹਿਬ ਨੇ ਬਣਾਇਆ। ਇਹ ਗੱਲ ਵਾਲੀ ਗੱਲ ਹੈ, ਮਿਰਜ਼ਾ ਸਾਹਿਬ ਐਸੀ ਸਵਿੰਗ ਬਾਲ ਕਰਾਉਂਦੇ ਸਨ ਕਿ ਆਫ ਸਪਿਨ ਵੀ ਹੋ ਜਾਂਦੀ ਸੀ, ਲੈਗ ਸਪਿਨ, ਬੰਦੇ ਨੂੰ ਪਤਾ ਨਹੀਂ ਚੱਲਦਾ ਮੈਂ ਕਿੰਨੀ ਬੈਟਿੰਗ ਕਰਨੀ। ਗੁਗਲੀ ਇਹਨੂੰ ਕਹਿੰਦੇ ਨਾ, ਗੁਗਲੀ ਜਿਹੜੀ ਗੁਗਲੀ ਬਾਲ ਹੁੰਦੀ ਹੈ ਨਾ ਉਹ ਇੰਜ ਦੀ ਹੁੰਦੀ ਹੈ। ਕਿਉਂਕਿ ਜਿਹੜਾ ਵੀ ਛੱਕਾ ਮਾਰਦੇ ਦੀ ਕੋਸ਼ਿਸ਼ ਕਰਦਾ ਸੀ ਕੈਟ ਹੋ ਜਾਂਦਾ ਸੀ ਕੱਲ। ਉਹ ਕੋਈ 3 ਫਿਰਕੇ ਨੇ ਤੇ ਜਿਹੜੇ 73 ਫਿਰਕੇ ਨੇ ਉਹ ਵੀ ਇੱਕ ਦੂਸਰੇ ਨੂੰ ਕਾਫਰ ਹੀ ਕਹਿੰਦੇ ਨੇ। ਉਹ ਜਿਹੜੇ ਕਹਿੰਦੇ ਸਨ ਨਾ ਉਹਨਾਂ ਦਾ ਮਸਲਾ ਹੱਲ ਹੋ ਜਾਣਾ ਸੀ, ਇਹ ਨਹੀਂ ਪਿਆ ਹੁੰਦਾ। ਗੱਲ ਇਸ ਤਰ੍ਹਾਂ ਹੈ ਆਮਿਰ ਭਾਈ ਕਿ ਇੱਕ ਬਰਾੜ ਤੇ ਉੱਤੇ ਮੈਂ ਗਿਆ, ਮਰਜ਼ਈ ਬੈਠੇ ਨੇ 2-4, ਤੇ ਉਹ ਕਹਿੰਦੇ ਜੀ ਅਹਿਮਦ ਰਜ਼ਾ ਬਰੇਲਵੀ ਸਾਹਿਬ ਨੇ ਤੁਹਾਨੂੰ ਕਾਫਰ ਕਿਹਾ ਸਾਰਿਆਂ ਨੂੰ। ਇਹ ਵੀ ਕਹਿੰਦੇ ਨੇ, ਅਜੇ ਵੀ ਕਹਿੰਦੇ ਨੇ। ਮੈਂ ਕਾਲ ਪਾ, ਮੈਂ ਨੀਚੇ ਬੈਠਾ ਤੇ ਮੈਨੂੰ ਕਹਿੰਦੇ ਨੇ ਕਾਲ ਪਾ ਉੱਤੇ ਆ, ਕਾਲ ਪਾ ਉੱਤੇ ਆ। ਲਓ ਜੀ ਮੈਂ ਤੇ ਕਾਲ ਪਾ ਦਿੱਤੀ, ਮੈਂ ਤੇ ਕਿਸੇ ਕੋਲ ਡਰਦਾ ਥੋੜੀ। ਮੈਂ ਕਿਹਾ ਬਾਈ ਜੀ ਜਿਹੜਾ ਤੁਸੀਂ ਇਹ ਗੱਲ ਕਰ ਰਹੇ ਹੋ ਨਾ, ਇਸ ਗੱਲ ਦਾ ਅਗਰ ਪ੍ਰੂਫ ਦੇ ਦਿਓ ਤੇ ਫਿਰ ਗੱਲ ਹੈ ਨਹੀਂ ਤਾਂ ਲਾਨਤੁੱਲਾਹ ਅਲੈਲ ਕਾਜ਼ਿਬੀਨ, ਨਹੀਂ ਝੂਠਿਆਂ ਤੇ ਅੱਲਾ ਦੀ ਲਾਨਤ। ਇਹੀ ਗੱਲ ਹੈ ਨਾ। ਤੇ ਕਹਿ ਰਿਹਾ ਕਿ ਅਸੀਂ ਪੂਰੀ ਤਹਿਕੀਕ ਕਰਕੇ, ਤੁਸੀਂ ਤੇ ਇਹ ਗੱਲ ਉਸ ਤੋਂ ਪਹਿਲੇ ਕਹਿ ਰਹੇ ਸੀ ਕਿ ਅਸੀਂ ਪੂਰੀ ਮੌਲਵੀਆਂ ਤੇ ਅਸੀਂ, ਤੁਸੀਂ ਉਹ ਮੌਲਵੀਆਂ ਦੇ ਪਿੱਛੇ ਟੁਰਨ ਵਾਲੇ, ਅਸੀਂ ਕਰਦੇ ਹਾਂ ਪੂਰੀ ਤਹਿਕੀਕ, ਤੱਕ ਸੁਣ ਦੇਖ ਸਮਝ ਕੇ ਅਸੀਂ ਜਿਹੜਾ ਨਾ ਫਿਰ ਮਿਰਜ਼ਾ ਸਾਹਿਬ ਤੇ ਇਮਾਨ ਲੈ ਕੇ ਆਏ ਹਾਂ। ਤੇ ਹੁਣ ਤਾਰਿਕ ਸਾਹਿਬ ਬੈਠੇ ਨੇ, ਮੈਂ ਕੀ ਕਹਾਂ ਫਿਰ? ਮੈਂ ਉਸਨੂੰ ਉਹ ਕੀ ਕਿਹਾ ਕਿ ਤੁਸੀਂ ਕਿਹੜੇ ਨਬੀ ਦੇ ਇਮਾਨ ਲੈ ਕੇ ਆ ਗਏ ਹੋ ਗਲਤੀ ਨਾਲ? ਅੱਛਾ ਜੀ ਗੈਰਤਾ ਦੇਰ ਜੋ ਕਿ ਉੱਤੇ ਬੁਲਾ ਲੈਤਾ। ਮੈਂ ਕਿਹਾ ਜੀ ਫਤਵਾ ਸਾਹਮਣੇ ਦਿਖਾਓ ਤੇ ਮਾਈਕ ਮਿਊਟ। ਕਹਿੰਦੇ ਅਸੀਂ ਤੈਨੂੰ ਤਾਂ ਬੁਲਾਇਆ ਕਿ ਜਦੋਂ ਆਵਾਜ਼ ਬੰਦ ਕਰੇ ਨਾ ਕੋਈ ਕਿਸੇ ਦੀ, ਤੇ ਉਹਨੂੰ ਅਹਿਸਾਸ ਹੁੰਦਾ ਕਿ ਹਾਂਜੀ ਆਵਾਜ਼ ਬੰਦ ਕਰਨਾ ਕੀ ਚੀਜ਼ ਹੈ। ਅਹਿਸਾਸ ਦਿੰਦੇ ਪਏ ਨੇ, एहसास दिला रहे ने कि आवाज बंद करो तो कितनी तकलीफ होती है। भाई थले ज़हीर अहमद साहब सानू शर्मिंदा करने की कोशिश कर रहे ने। करबला किसने की थी, खुलफा का कत्ल किसने किया था? ज़हीर साहब असि बड़ी ढीठ हाँ, असि नहीं जे शर्मिंदा होना, जो मर्जी कर लो यार। वैसे मैं अज ज़हीर साहब नू मेरा सलूट है, ਉਹ ਸ਼ੁਕਰ ਹੈ ਇਸਨੇ ਕੋਈ ਦੁਨੀਆ ਵਿੱਚ ਕੋਈ ਨਵੀਂ ਗੱਲ ਵੀ ਕੀਤੀ ਹੈ, ਨਹੀਂ ਤੇ ਇਹ ਇੱਕ ਹੀ ਗੱਲ ਕਰਦਾ, ਲਿਬਾਸ ਖਨਕਤੀ ਵੀ ਮਿੱਟੀ, ਲਿਬਾਸ ਖਨਕਤੀ ਵੀ ਮਿੱਟੀ, ਨਜ਼ੂਲ, ਇਹੀ ਗੱਲਾਂ ਕਰਦਾ ਹੈ। ਮੈਂਟਲ ਕੇਸ ਹੈ, ਬਿਲਕੁਲ ਮੈਂਟਲ ਹੈ। ਇਹ ਗੱਲ ਹੈ ਆਮਿਰ ਭਾਈ, ਮੈਂ ਤਾਂ ਉਸਨੂੰ ਕਹਿਣਾ ਸੀ ਯਾਰ ਇਸ ਗੱਲ ਉੱਤੇ ਮੁਨਾਜ਼ਰਾ ਸੈੱਟ ਕਰ ਲੈ। ਕੌਣ ਸੀ ਬੰਦਾ ਉਹਨੂੰ ਕਹਿਣਾ ਸੀ, ਉਹਨੂੰ ਪੁੱਛ ਜਾ ਕੇ ਇਮਰਾਨ ਕਾਲੋ ਨੂੰ ਤੇ ਨਵੀਦ ਵੜੈਚ ਨੂੰ ਤੇ ਅਲੀਮ ਸਾਹਿਬ ਨੂੰ, ਇਹਨਾਂ ਤਰ੍ਹਾਂ ਚੋਂ ਬੰਦਿਆਂ ਨੂੰ ਪੁੱਛ ਕੇ ਨਾ ਤਾਹਿਰ ਵੀਨਸ
ਫਿਰ ਆ ਕੇ ਦੱਸੀ ਵੀ ਹਜ਼ਰਤ ਦੇ ਨਜ਼ਦੀਕ ਮੈਂ ਕਾਫਰ ਹਾਂ ਜਾਂ ਮੁਸਲਮਾਨ। ਹਿੰਮਤ ਹੀ ਨਹੀਂ ਹੈ ਕਾਲ ਚੁੱਕਣ ਦੀ। ਕਾਲ ਚੁੱਕਦੇ ਨੇ ਮਾਈਕ ਮਿਊਟ ਕਰਦੇ, ਬਸ ਗੱਲ ਤਾਂ ਕਰਨ ਦਿਓ ਯਾਰ। ਮੈਂ ਕਿਹੜਾ ਟਿਕਟਾਕ ਤੇ ਤੁਹਾਨੂੰ ਗੋਲੀ ਮਾਰ ਦੇਣੀ ਹੈ ਦੱਸੋ? ਟਿਕਟਾਕ ਤੇ ਨਾ ਚੰਡ ਲੱਗਦੀ ਹੈ, ਨਾ ਗੋਲੀ ਲੱਗਦੀ ਹੈ, ਨਾ ਕੁਝ ਹੋਰ लगता है। लिबास, रस्सी और किताब, ये देखा ना, ये तीनों चीजें आपने वो फिर उते ही आ गया। ये वही रबड़ वाला हिसाब है इसका। लिबास, रस्सी और इसका वो रबड़ वाला हिसाब है। इन्हू त्रै गल्लां किसी मरदई ने सिखा दित्तियां ने, मुरब्बी ने। इन्हें वक्त पाया दुनिया ते। चौथी गल इन्हू कोई हुणे तुसीं मजाक च किहा ते ਉਹਨੇ ਲਿਖ ਵੀ ਦਿੱਤਾ ਥੱਲੇ। ਯਾਰ ਇਹਨਾਂ ਦਾ ਕੀ ਇੱਕ ਬੰਦਾ, ਇੱਕ ਕਦਿਆਨੀ ਦਾ ਇੱਕ ਬੰਦਾ ਜਿਹਨੂੰ ਅਸੀਂ ਬੜਾ ਸ਼ਰੀਫ ਵਾਲੇ ਸਮਝਦੇ ਸਾਂ, ਉਹ ਕਹਿੰਦਾ ਸੀ ਕਿ ਯਾਰ ਇਹ ਤੇ ਬੜਾ ਆਇਨਸਟਾਈਨ ਦਾ ਜਿਹੜਾ ਦਿਮਾਗ ਨਹੀਂ ਹੈ, ਇੰਜ ਹੀ ਦੇ ਮਤਲਬ ਦਿਮਾਗ। ਇਹੀ ਕਾਸਮ ਸੀ ਅੱਜ ਤੋਂ ਕੋਈ 9 ਮਹੀਨੇ ਪਹਿਲੇ ਦੀ ਗੱਲ ਹੈ ਜਦੋਂ ਮੈਂ ਟਿਕਟੌਕ ਤੇ ਆਇਆ ਤੇ ਕਾਸਿਮ ਨਾਲ ਮੈਂ ਸ਼ਰਤ ਐਸੀ ਕਮੈਂਟ से शर्त लगा रहा। कासिम कहता है ए ज़हीर उत्ते बैठा है। कासिम कहता अभी देखना खनकती मिट्टी आएगी। मैं क्या नहीं आएगी। कहता आएगी। मैं क्या नहीं आएगी। नाल यो कहना खनकती हुई मिट्टी है। फिर कासिम कहता अभी देखना लिबास आएगा। मैं क्या लिबास आ गया। कासिम मुंह मंगा इनाम दूंगा तुझे। कहता आएगा। मैं क्या नहीं आएगा। नाल यो कहता लिबास दिखाओ। आजमी साहब हवाला नोट कर लो, तारीख अहमदियत जल्द 16 सफ़ा 402। बशीरुद्दीन महमूद साहब को सवाल होया सी कि मिर्जा साहब मरना जुज़्व ईमान है, आने जी नहीं। या अपना नहीं भाई, एक सेकंड सिर्फ मुझे दे दे प्लीज। दे दे यार पप्पू मलिक साहब आज एक काम करो ना, वो शुएब की उस पे जाओ ना लाइव पे, उसे कहो कि ये जो बात तुम कह रहे हो फतवे वाली कि अहमद रज़ा खान बरेलवी साहब रहमतुल्लाह अलैह ने फतवा दिया है, तो अगर आप इस पे बात करना चाहते हैं तो टाइम रख लें। हम प्रूव करेंगे कि नहीं जी आप झूठ बोल रहे हैं और झूठे पे खुदा की नाम। बोला आपने ਨਹੀਂ ਇਹ ਨਹੀਂ ਆਖੀਦਾ ਵੀ ਤੁਸੀਂ ਜਿਹੜੀ ਗੱਲ पे ਆਂਦੇ ਹੋ ਉਹਦਾ ਨਹੀਂ ਸਾਨੂੰ ਪਤਾ ਕੀ पे ਆਂਦਾ। ਉਹਨੂੰ ਆਖੋ ਵੀ ਆਲਾ ਹਜ਼ਰਤ ਦੇ ਨਜ਼ਦੀਕ ਕੁਝ ਦਿਓਬੰਦੀ ਤੇ ਕੁਝ ਵਹਾਬੀ ਕਾਫਰ ਨੇ, ਜਾਂ ਸਾਰੇ ਵਹਾਬੀ ਤੇ ਸਾਰੇ ਦਿਓਬੰਦੀ ਤੇ ਸਾਰੇ शिया काफिर ने। बस कसम से ये बात अगर आप कर दो ना मजा ही आ जाए। कि कौन सी विराट पे जाना है? वो शुएब ने जो बैठा होता है, ਸਾਰੇ ਜੇ ਉਹਨੂੰ ਆਖਿਆ ਨਾ ਸਾਰੇ ਕਾਫਰ ਨੇ ਆਲਾ ਹਜ਼ਰਤ ਦੇ ਮੁਤਾਬਕ, ਤੇ ਹਣਾ ਉਹਨੂੰ ਪੁੱਛ ਲਈਆਂ ਜਿਹੜੇ ਪਰਸੋਂ ਮੂੰਹ ਕਾਲਾ ਕਰਵਾ ਕੇ ਗਏ ਨੇ ਨਾ, ਆਈ ਉਹਨਾਂ ਦੇ ਲਾਸਾਂ ਕੰਡ 'ਚ ਪਈਆਂ ਨੇ, ਆਈ ਉਹਨਾਂ ਦੇ ਨਿਸ਼ਾਨ ਗਏ ਨਹੀਂ। ਉਹਨਾਂ ਨੂੰ ਪੁੱਛ ਲੈ ਪਹਿਲਾਂ ਤਰਾਉਂ ਚੋਂ। ठीक है, मैं देख लेना सुहेब तो मुझे नहीं पता, बहरहाल मैं देखना कदियानी दी चंगियां बराड़ा तंगियां होंदियां ने, मैं चेक नहीं मैं शेयर करता हूँ, शेयर कर दे मुझे प्लीज, मैं उन्हें चला जाना। ओके, मैं नीचे जाके शेयर करता हूँ आपको। ठीक है जी, आप मुझे शेयर कर छोटे छोटे मस्जिद नहीं वो अलग ग्रुप है पूरा, वो 4-5 मिनट सही उधर बैठे होते हैं, वो आगे पीछे और कहीं नहीं जाते। बस ठीक उन्हें है, शायद ये कालू वाली बात का पता नहीं। बस ठीक है जी। अब मैं उनको ये कहता हूँ कि इधर आ जाओ, थोड़ी मेहरबानी। मैं थोड़े जाहिद तस्कानी साहब दी पे ब्राड शेयर करना तो उठे आके सब इधर तो मर जाएगा, नहीं आएगा, मर जाएगा। गन पॉइंट पे भी लाए तो नहीं आएगा, उधर ही जाना पड़ेगा। चलो कोई नहीं, मैं कहना भाई कोई भरा तुहाडे कोल आंदा है, मैं कोई हकीम लैके आना जेड़ा तुहाडा इलाज करेगा, नहीं ते तुसीं उस हकीम दा इलाज कर देना। वैसे पप्पू मलिक यार बड़े अफसोस की गल है, ਇੱਥੇ ਕਿਸੇ ਦੀ ਮੌਤ ਹੀ ਨੇ ਆਣਾ ਹੈ। ਮੌਤ ਆਸਤੇ ਆਣਾ ਹੈ। ਅੱਗੇ आमिर नजीर साहब बैठे ने, उत्ते पीर असकानी साहब बैठे, नाल तारिक चौहान साहब बैठे ने, कहते कोई मर जाएगा नहीं आएगा। ओ भाई एक सर एक तरफ तो नहीं मवान साहब ਉਹ ਤੂੰ ਨਹੀਂ ਮਵਾਨ ਸਾਹਿਬ ਇੱਥੇ ਸਾਰੇ ਥੱਲੇ ਲੈ ਜਾਣ। ਪੂਰਾ ਦਿਨ ਹੋ ਗਿਆ ਕਾਦੀਆਨੀ ਨੂੰ ਕਾਲਾ ਪਾ ਕੇ ਕੋਈ ਨਹੀਂ ਆਇਆ ਇੱਥੇ। ਇੱਕ ਸ਼ਰੀਫ ਬੰਦਾ ਉੱਤੇ ਰੱਖਿਆ ਕਰੋ ਜਿਹਨੂੰ ਕਾਦੀਆਨੀ ਸੋਚੇ ਅੱਛਾ ਚਲੋ ਇਹਨੂੰ ਮੈਂ ਘੇਰ ਲਾਂਗਾ ਉੱਤੇ। ਇਸ ਦਾ ਹੱਲ ਪਤਾ ਕੀ ਹੈ? इसका हल पता की है? इसका हल ये है कि तारिक चौहान साहब ਨੂੰ ਥੱਲੇ ਸੱਟੋ, ਨਈਮ ਮਵਾਨ ਸਾਹਿਬ ਨੂੰ ਥੱਲੇ ਸੱਟੋ, ਸਹੀ ਗੱਲ ਹੈ, ਆਮਿਰ ਨਜ਼ੀਰ ਸਾਹਿਬ ਨੂੰ ਥੱਲੇ ਸੱਟੋ, ਉਹ ਬਰੇਵ ਲੀਡਰ ਨੂੰ ਉੱਤੇ ਬਿਠਾਓ, ਕਸ਼ਮੀਰੀ ਨੂੰ ਉੱਤੇ ਬਿਠਾਓ, ਹੈ ਨਾਲ ਪੱਪੂ ਬੈਠਾ ਹੋਵੇ, ਫਿਰ ਤੱਕ ਇੱਥੇ ਕਾਦੀਆਨੀਆਂ ਦੀ ਲਹਿਣਾ ਲੱਗਦੀਆਂ ਨੇ। ਕਿ ਸਹੀ ਗੱਲ ਹੈ। ਚਲੋ ਮੈਂ ਨੀਚੇ ਜਾ ਕੇ ਲਾਈਵ ਸ਼ੇਅਰ ਕਰਤਾ ਹੂੰ ਪੱਪੂ, ਠੀਕ ਹੈ? ਜਦੋਂ ਉੱਤੇ ਆਣ ਨਾ फौरन अमर सिंह चुक लो, फौरन नहीं मुआन चुक लो, फिर नहीं सही। घेरा पा लो उत्ते आंट, घेरा पा लो अल्लाह दे वाले।
ਅੱਛਾ ਮੈਨੂੰ ਸਰ ਜਾਣਾ ਪੈ ਗਿਆ। ਥੈਂਕ ਯੂ ਵੈਰੀ ਮਚ ਐਵਰੀਬਾਡੀ। ਠੀਕ ਹੈ ਰਾਜਾ ਸਾਹਿਬ, ਬਹੁਤ ਸ਼ੁਕਰੀਆ। ਭਲਾ ਹੋਏ। ਅੱਲਾ ਹਾਫਿਜ਼। ਬਸ ਜਾਗਦਿਆਂ ਰਹਿਣਾ, ਸਾਡੇ ਤੇ ਨਹੀਂ ਰਹਿਣਾ। ਜਿਸ ਵੇਲੇ ਉਹਨਾਂ ਮੌਜੂਦ ਹੋਵੋ ਤੇ ਜਾਗਦਿਆਂ ਰਹਿਣਾ ਕਰੋ। ਧਿਆਨ ਰੱਖਿਓ ਜੀ ਠੀਕ, ਥੈਂਕ ਯੂ ਸਰ। ਕਿਉਂਕਿ ਸਾਡੇ ਆਪਣੇ ਕਈ ਬੰਦੇ ਜਿਹੜੇ ਨੇ ਨਾ ਐਸੀਆਂ ਜਬਲੀਆਂ ਮਾਰਦੇ ਨੇ ਕਿ ਬੰਦਾ ਜਿਹੜਾ ਸਿਰ ਫੜ ਕੇ ਬਹਿ ਜਾਂਦਾ ਕਿ ਇਹ ਬੰਦਾ ਜਿਹੜਾ ਇਹ ਸਾਡਾ ਵਕੀਲ ਹੈ ਕਿ ਉਹਨਾਂ ਦਾ ਵਕੀਲ ਹੈ। ਸ਼ੇਰ ਨਮੇਨਾ ਕਰਨ ਲੱਗੇ ਨੇ ਮਲਕ ਕੈਸਰ ਸਾਹਿਬ ਬਰਾੜ। ਪੱਪੂ ਪਹੁੰਚ ਤੇ ਨਹੀਂ ਗਿਆ ਉੱਥੇ? ਮੈਂ ਦੇਖਾਂ ਦੂਜੇ ਮੋਬਾਈਲ ਨਾਲ। चौहान साहब खोले जे सफा को नहीं। इसको आपने पानी के अंदर रखा है तो ये गीली हुई है या इसको गीला करके रखा है तो नहीं बंद करनी है। La Mercur Spie l'Arena ha un albergo incastonato. Agli spalti, da cui si può prenotare. उनकी लाइव सुनवाएं वहाँ पे जहाँ पे पप्पू मलिक गया है। नजर ही नहीं आ Un pranzo con vista campo. Un pranzo con vista campo.